जो तो प्रेम खेलन का चाओ सिर तर तली गली मेरी आओ। ਜਦੋਂ ਵੀ ਕੋਈ ਸਿੱਖ ਸ਼ਰਧਾ ਭਾਵਨਾ ਨਾਲ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਵੱਲ ਵੇਖਦਾ ਹੈ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਦੀਆਂ ਉਚਾਰੀਆਂ ਇਹ ਸਤਰਾਂ ਬਦੋ-ਬਦੀ ਸੁਰਤ ਵਿੱਚ ਆ ਜਾਂਦੀਆਂ ਹਨ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਸੂਰਮੇ ਜਿਨ੍ਹਾਂ ਸੀਸ ਧੜ ਤੋਂ ਜੁਦਾ ਹੋ ਜਾਣ ਤੋਂ ਬਾਅਦ ਵੀ ਆਪਣਾ ਵਚਨ ਪੂਰਾ ਕੀਤਾ ਤੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਅੰਤ ਤੱਕ ਲੜਦੇ ਰਹੇ। ਜੇ ਲੋੜ ਪਈ ਤਾਂ ਸਾਰੀ ਉਮਰ ਦਿਨ ਵਿੱਚ 14-14 ਘੰਟੇ ਗੁਰੂ ਘਰ ਲਈ ਕਲਮ ਚਲਾਉਂਦੇ ਰਹੇ ਤੇ ਜੇ ਮੌਕਾ ਆਇਆ ਖੰਡੇ ਖੜਕਾਉਣ ਦਾ ਤਾਂ 75 ਸਾਲ ਦੀ ਉਮਰ ਵਿੱਚ ਵੀ 18 ਸ਼ੇਰ ਦਾ ਖੰਡਾ ਫੜ ਕੇ ਦੁਸ਼ਮਣ ਦੇ ਦੰਦ ਖੱਟੇ ਕਰਨ ਤੋਂ ਪਿੱਛੇ ਨਹੀਂ ਹਟੇ। ਤੇ ਜੇ ਗੱਲ ਕਰੀਏ ਕੌਮ ਵਿੱਚ ਉਹਨਾਂ ਦੇ ਸਤਿਕਾਰ ਦੀ ਤਾਂ ਉਹ ਇੰਨਾ ਉੱਚਾ ਸੀ ਕਿ ਜਿਸ ਵੇਲੇ 1733 ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਪੇਸ਼ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇ ਇਹ ਨਵਾਬੀ ਸਾਹਮਣੇ ਬੈਠੇ ਕੌਮ ਦੀਆਂ ਸਭ ਤੋਂ ਮਹਾਨ ਸ਼ਖਸੀਅਤਾਂ ਇਹਨਾਂ ਪੰਜਾਂ ਸਿੰਘਾਂ ਦੇ ਪੈਰਾਂ ਨੂੰ ਛੁਆ ਕੇ ਮੇਰੀ ਝੋਲੀ ਵਿੱਚ ਪਾਈ ਜਾਵੇ ਤਾਂ ਮੈਂ ਇਹਨਾਂ ਨੂੰ ਪ੍ਰਵਾਨ ਕਰੂੰਗਾ। ਤੇ ਉਹਨਾਂ ਪੰਜਾਂ ਸਿੰਘਾਂ ਵਿੱਚ ਵੀ ਸਰਦਾਰ ਜੱਸਾ ਸਿੰਘ ਅੱਲੂਵਾਲੀਆ, ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸਰਦਾਰ ਦਰਬਾਰਾ ਸਿੰਘ ਜੀ ਤੇ ਸਰਦਾਰ ਕਰਮ ਸਿੰਘ ਸ਼ਹੀਦ ਦੇ ਨਾਲ ਬਾਬਾ ਦੀਪ ਸਿੰਘ ਜੀ ਵੀ ਮੌਜੂਦ ਸਨ। ਕਮੈਂਟ ਬਾਕਸ ਵਿੱਚ ਕੀਤੇ ਤੁਹਾਡੇ ਸੁਜੈਸ਼ਨਸ ਮੇਰੇ ਲਈ ਹੁਕਮ ਬਰਾਬਰ ਹਨ। ਲਾਸਟ ਵੀਡੀਓ ਦੇ ਕਮੈਂਟ ਬਾਕਸ ਵਿੱਚ ਬਹੁਤ ਸਾਰੀਆਂ ਫਰਮਾਇਸ਼ਾਂ ਆਈਆਂ ਸਨ ਕਿ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਬਣਾਈ ਜਾਵੇ, ਸੋ ਤੁਹਾਡਾ ਸਭ ਦਾ ਹੁਕਮ ਸਿਰ ਮੱਥੇ ਪ੍ਰਵਾਨ। ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਹਾਜ਼ਰ ਹੈ। ਜਾਣਾਂਗੇ ਸ਼ੁਰੂ ਤੋਂ ਅੰਤ ਤੱਕ ਬਾਬਾ ਜੀ ਦੇ ਜੀਵਨ ਦਾ ਪੂਰਾ ਇਤਿਹਾਸ। ਮੋٹے ਤੌਰ ਤੇ ਬਿਨਾਂ ਸੀਸ ਤੋਂ ਲੜਨ ਦੀ ਘਟਨਾ ਤਾਂ ਤੁਸੀਂ ਸਭ ਨੇ ਸੁਣੀ ਹੋਣੀ ਹੈ, ਪਰ ਅੱਜ ਡਿਟੇਲ ਵਿੱਚ ਜਾਣਾਂਗੇ ਸ਼ੁਰੂ ਤੋਂ ਅੰਤ ਤੱਕ ਉਸ ਦਿਨ ਦੀ ਪੂਰੀ ਜੰਗ ਦਾ ਇਤਿਹਾਸ। ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਜਾਂ ਇਹ ਵੀਡੀਓ ਤੁਹਾਨੂੰ WhatsApp ਤੇ ਕਿਸੇ ਸੱਜਣ ਨੇ ਸ਼ੇਅਰ ਕੀਤਾ ਹੈ ਤਾਂ YouTube ਤੇ ਆ ਕੇ ਸਕਸੈਸ ਦਾ ਰਾਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਸ਼ਾਨਦਾਰ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਰਹਿਣ। ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਕਿਉਂ ਕੀਤਾ ਆਪਣੀ ਧੀ ਦਾ ਕਤਲ? ਸਰਦਾਰ ਉਦਮ ਸਿੰਘ ਨੇ ਜਨਰਲ ਡਾਇਰ ਨੂੰ ਗੋਲੀ ਨਹੀਂ ਮਾਰੀ ਸੀ? ਕੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 3 ਵਿਆਹ ਕਰਵਾਏ ਸਨ? ਸਿੱਖ ਕੌਮ ਦਾ ਅਣਗੋਲਿਆ ਸੂਰਮਾ ਜਨਰਲ ਜ਼ੋਰਾਵਰ ਸਿੰਘ ਜਿਹਦਾ ਮਾਸ ਖਰੀਦ ਕੇ ਦੁਸ਼ਮਣ ਘਰਾਂ ਨੂੰ ਲੈ ਗਏ। ਕੀ ਮਾਤਾ ਭਾਗ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਨਗਨ ਰਹਿੰਦੇ ਸਨ? ਗੱਦਾਰੀ ਕਾਰਨ ਕਿਸ ਤਰ੍ਹਾਂ ਹੋਈ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹੀਦੀ? ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦਾ ਅੰਤ ਕਿਵੇਂ ਹੋਇਆ? ਰਾਵਣ ਤੇ ਜਰਨੈਲ ਭਿੰਡਰਾਂਵਾਲਾ ਵਿੱਚ ਕੀ ਸਮਾਨਤਾ ਸਨ? ਆਖਰ ਕਿਉਂ ਸਿੱਖਾਂ ਨੇ ਦਿੱਲੀ ਜਿੱਤ ਕੇ ਵਾਪਸ ਮੋੜ ਦਿੱਤੀ? ਤੁਸੀਂ ਸਮਝਦੇ ਹੋ ਕਿ ਜਿਹੜੇ ਟੌਪਿਕ ਬਾਰੇ ਤੁਹਾਨੂੰ ਸਭ ਕੁਝ ਪਤਾ ਹੈ ਪਹਿਲਾ ਵੀਡੀਓ ਉਸੇ ਟੌਪਿਕ ਦਾ ਦੇਖਿਓ, ਤੁਹਾਨੂੰ 100 ਨਵੀਆਂ ਗੱਲਾਂ ਪਤਾ ਲੱਗਣਗੀਆਂ। ਤੇ ਨਾਲ ਹੀ ਇਸੇ ਤਰ੍ਹਾਂ ਕਮੈਂਟ ਬਾਕਸ ਵਿੱਚ ਟਾਈਪ ਕਰਕੇ ਦੱਸਦੇ ਰਹੋ ਕਿ ਤੁਸੀਂ ਅਗਲਾ ਵੀਡੀਓ ਕਿਸ ਟੌਪਿਕ ਤੇ ਦੇਖਣਾ ਚਾਹੁੰਦੇ ਹੋ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਸ਼ਹੀਦ ਕਰਤਾਰ ਸਿੰਘ ਜੀ ਸਰਾਭਾ, ਜਾਂ ਇਹਨਾਂ ਦਿਨਾਂ 'ਚ ਮੈਂ ਇੱਕ ਬੜੀ ਹੀ ਇੰਟਰਸਟਿੰਗ ਬੁੱਕ ਪੜ੍ਹ ਰਿਹਾ ਸੀ ਤੇ ਸਿੱਖ ਵੀ ਨਿਗਲਿਆ ਗਿਆ। ਇਹਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਬਾਕੀ ਘੱਟ ਗਿਣਤੀ ਕੌਮਾਂ ਨੂੰ ਨਿਗਲਣ ਤੋਂ ਬਾਅਦ ਹਿੰਦੂ ਧਰਮ ਹੁਣ ਸਿੱਖੀਜ਼ਮ ਨੂੰ ਨਿਗਲਣ ਦੀ ਤਿਆਰੀ ਕਰ ਰਿਹਾ ਹੈ। ਜੇ ਇਸ ਵੀਡੀਓ ਨੂੰ ਸਭ ਤੋਂ ਵੱਧ ਕਮੈਂਟ ਮਿਲਣਗੇ ਅਗਲਾ ਵੀਡੀਓ ਉਸੇ ਟੌਪਿਕ ਤੇ। ਸ਼ੁਰੂ ਤੋਂ ਸ਼ੁਰੂ ਕਰੀਏ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਪਿੰਡ ਪੂਹੂਵਿੰਡ ਅੱਜ ਦੇ ਅੰਮ੍ਰਿਤਸਰ ਵਿਖੇ 26 ਜਨਵਰੀ 1682 ਨੂੰ ਮਾਤਾ ਜੋਨੀ ਜੀ ਦੀ ਕੁੱਖ ਤੋਂ ਭਾਈ ਭਗਤਾ ਜੀ ਦੇ ਘਰ ਹੋਇਆ ਸੀ। ਤੇ ਜੇ ਆਪਾਂ ਪਰਿਵਾਰ ਪਿਛੋਕੜ ਦੀ ਗੱਲ ਕਰੀਏ ਤਾਂ ਅੱਜ ਤੋਂ 5000 ਸਾਲ ਪਹਿਲਾਂ ਕੈਪਸੀਅਨ ਸਾਗਰ ਤੇ ਮਿਡਲ ਏਸ਼ੀਆ ਤੋਂ ਕੁਝ ਫਿਰਕੂ ਕਬੀਲੇ ਇੱਥੇ ਪੰਜਾਬ ਵਿੱਚ ਆ ਕੇ ਪਿੰਡਾਂ ਦੇ ਰੂਪ ਵਿੱਚ ਵਸ ਗਏ ਸਨ। ਉਹਨਾਂ ਦਾ ਕਬੀਲਾਈ ਸੱਭਿਆਚਾਰ ਇੱਥੇ ਰੱਜ ਕੇ ਫਲਿਆ ਫੂਲਿਆ ਤੇ ਆਪਣੇ ਸੱਭਿਆਚਾਰ ਦੇ ਅਨੁਸਾਰ ਹੀ ਉਹਨਾਂ ਨੇ ਆਪਣੀਆਂ ਗੋਤਾਂ ਨਿਰਧਾਰਿਤ ਕੀਤੀਆਂ। ਇਹਨਾਂ ਚੋਂ ਸੂਰਜ ਪੰਛੀਆਂ ਦੀ ਸੰਧੂ ਗੋਤਰ 'ਚ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਸੀ। ਪਰ ਮੇਰੀ ਸੰਗਤ ਮੂਹਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਗੋਤਰ ਮੈਂ ਸਿਰਫ ਨੌਲੇਜ ਲਈ ਹੀ ਦੱਸੀ ਹੈ। ਇਹਨਾਂ ਗੋਤਰਾਂ ਦਾ ਮਹੱਤਵ ਉਦੋਂ 0 ਹੋ ਜਾਂਦਾ ਹੈ ਜਦੋਂ ਨਾਮ ਦੇ ਨਾਲ ਕੋਰ ਜਾਂ ਸਿੰਘ ਲੱਗ ਜਾਵੇ। ਸਾਡੇ ਗੁਰੂ ਸਾਹਿਬਾਨਾਂ ਨੇ ਪਹਿਲੀ ਜੋਤ ਤੋਂ ਲੈ ਕੇ ਅਖੀਰ ਤੱਕ ਵਾਰ-ਵਾਰ ਕਦੀ ਪੰਗਤ 'ਚ ਸਭ ਨੂੰ ਬਰਾਬਰ ਬਿਠਾ ਕੇ ਕਦੀ ਇੱਕੋ ਬਾਟੇ ਨਾਲ ਸਭ ਨੂੰ ਅੰਮ੍ਰਿਤਪਾਨ ਕਰਾ ਕੇ ਇਹ ਸੰਦੇਸ਼ਾ ਦਿੱਤਾ ਹੈ ਕਿ ਹਰ ਸਿੰਘ ਤੇ ਕੋਰ ਖਾਲਸਾ ਪੰਥ ਵਿੱਚ ਬਰਾਬਰ ਹੈ। ਪਰ ਆਪਾਂ ਆਪਣੀਆਂ ਮਹਾਨ ਸ਼ਖਸੀਅਤਾਂ ਨੂੰ ਵੀ ਗੋਤਾਂ ਦੇ ਆਧਾਰ ਤੇ ਵੰਡ ਰੱਖਿਆ ਹੈ ਕਿ ਫਲਾਣਾ ਸਾਡੀ ਗੋਤ ਦਾ ਹੈ ਤੇ ਫਲਾਣਾ ਤੁਹਾਡੀ ਗੋਤ ਦਾ। ਸੋ ਪਲੀਜ਼ ਕਮੈਂਟ ਬਾਕਸ ਵਿੱਚ ਇਸ ਗੱਲ ਨਾਲ ਰਿਲੇਟਡ ਕੁਝ ਵੀ ਲਿਖਣ ਦੀ ਖੇਚਲ ਨਾ ਕਰਿਓ ਜੀ। ਬਾਬਾ ਦੀਪ ਸਿੰਘ ਜੀ ਦੇ ਬਚਪਨ ਦਾ ਨਾਮ ਦੀਪਾ ਸੀ ਤੇ ਉਹਨਾਂ ਦਾ ਪਰਿਵਾਰ ਸ਼ੁਰੂ ਤੋਂ ਹੀ ਗੁਰੂ ਘਰ ਨਾਲ ਜੁੜਿਆ ਹੋਇਆ ਸੀ। ਬਚਪਨ 'ਚ ਜਦੋਂ ਇੱਕ ਵਾਰ ਉਹ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਗਏ ਤਾਂ ਭਾਈ ਦੀਪਾ ਜੀ ਦਾ ਮਨ ਉੱਥੇ ਇੰਨਾ ਲੱਗਿਆ ਕਿ ਉਹਨਾਂ ਨੇ ਮਾਤਾ ਪਿਤਾ ਦੇ ਨਾਲ ਵਾਪਸ ਨਾ ਜਾਂਦੇ ਹੋਏ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਤੇ ਇੱਥੇ ਹੀ ਰਹਿ ਕੇ ਉਹਨਾਂ ਨੇ ਆਪਣੀ ਤਾਲੀਮ ਪੂਰੀ ਕੀਤੀ। ਛੇਤੀ ਹੀ ਉਹ ਸੰਸਕ੍ਰਿਤ, ਫਾਰਸੀ ਤੇ ਗੁਰਮੁਖੀ ਭਾਸ਼ਾ ਵਿੱਚ ਨਿਪੁੰਨ ਹੋ ਗਏ। ਤੇ ਦੂਜੇ ਪਾਸੇ ਜੇ ਗੱਲ ਕਰੀਏ ਸ਼ਸਤਰ ਵਿੱਦਿਆ ਦੀ ਤਾਂ ਉਹਨਾਂ ਨੇ ਘੋੜਸਵਾਰੀ, ਤੀਰੰਦਾਜ਼ੀ ਤੇ ਤਲਵਾਰਬਾਜ਼ੀ ਦੇ ਨਾਲ-ਨਾਲ ਬੰਦੂਕ ਤੇ ਤੋਪ ਚਲਾਉਣਾ ਵੀ ਸਿੱਖ ਲਿਆ ਸੀ, ਜੋ ਉਹਨਾਂ ਸਮਿਆਂ ਵਿੱਚ ਕੋਈ ਵਿਰਲਾ ਹੀ ਜਾਣਦਾ ਸੀ। ਇਸ ਤਰ੍ਹਾਂ ਜਿੱਥੇ ਇੱਕ ਪਾਸੇ ਉਹਨਾਂ ਦਾ ਨਾਮ ਕੌਮ ਦੇ ਚੋਟੀ ਦੇ ਯੋਧਿਆਂ 'ਚ ਗਿਣਿਆ ਜਾਣ ਲੱਗ ਪਿਆ
ਉੱਥੇ ਹੀ ਦੂਜੇ ਪਾਸੇ ਉਹ ਕੌਮ ਦੇ ਸਭ ਤੋਂ ਉੱਚ ਪੱਧਰ ਦੇ ਵਿਦਵਾਨਾਂ 'ਚ ਵੀ ਸ਼ੁਮਾਰ ਹੋ ਗਏ। ਤੇ 1699 ਵਿੱਚ ਜਦੋਂ ਖਾਲਸਾ ਪੰਥ ਸਾਜਿਆ ਗਿਆ ਤਾਂ ਜਿਹੜੇ ਭਾਗਾਂ ਵਾਲੇ ਸ਼ੁਰੂਆਤੀ ਲੋਕਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਅੰਮ੍ਰਿਤ ਛਕਾਇਆ ਸੀ, ਉਹਨਾਂ 'ਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਿਲ ਸਨ। ਤੇ 1703 ਵਿੱਚ ਜਦੋਂ ਉਹਨਾਂ ਦੇ ਪਿਤਾ ਜੀ ਇੱਕ ਵਾਰ ਫੇਰ ਅਨੰਦਪੁਰ ਸਾਹਿਬ ਆਏ ਤਾਂ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਇਸ ਵਾਰ ਜਾਂਦੇ ਸਮੇਂ ਉਹ ਬਾਬਾ ਦੀਪ ਸਿੰਘ ਨੂੰ ਆਪਣੇ ਨਾਲ ਹੀ ਪਿੰਡ ਲੈ ਗਏ। ਪਿੰਡ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਆਪਣੇ ਨੇੜੇ ਤੇੜੇ ਦੇ ਇਲਾਕੇ ਵਿੱਚ ਗੁਰਮਤਿ ਪ੍ਰਚਾਰ ਤੇ ਗੁਰਮੁਖੀ ਸਿਖਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ। 1704 ਵਿੱਚ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪੈਣ ਤੋਂ ਲੈ ਕੇ ਸਰਸਾ ਦੇ ਕੰਢੇ ਹੋਇਆ ਪਰਿਵਾਰ ਵਿਛੋੜਾ, ਚਮਕੌਰ ਦੀ ਜੰਗ ਤੇ ਸਾਕਾ ਸਰਹੰਦ, ਇਹ ਸਾਰੇ ਵਰਤਾਰੇ ਦੌਰਾਨ ਬਾਬਾ ਦੀਪ ਸਿੰਘ ਜੀ ਆਪਣੇ ਜੱਦੀ ਪਿੰਡ ਵਿੱਚ ਹੀ ਸਨ, ਕਿਉਂਕਿ ਉਸ ਸਮੇਂ ਸੰਚਾਰ ਦੇ ਸਾਧਨ ਵਿਰਲੇ ਹੀ ਹੁੰਦੇ ਸਨ। ਗੁਰੂ ਸਾਹਿਬ ਨਾਲ ਵਾਪਰੇ ਇਸ ਸਾਰੇ ਵਰਤਾਰੇ ਬਾਰੇ ਬਾਬਾ ਦੀਪ ਸਿੰਘ ਜੀ ਨੂੰ ਬਹੁਤ ਬਾਅਦ ਵਿੱਚ ਜਾ ਕੇ ਪਤਾ ਲੱਗਿਆ। ਦੁਨੀਆ ਦੀ ਤਵਾਰੀਖ ਤੇ ਵਿਲੱਖਣ ਇਤਿਹਾਸ ਰਚਣ ਤੋਂ ਬਾਅਦ ਜਦੋਂ ਸਤਿਗੁਰ ਪਾਤਸ਼ਾਹ ਸ੍ਰੀ ਦਮਦਮਾ ਸਾਹਿਬ ਪਹੁੰਚੇ ਤਾਂ ਇਹ ਸਮਾਂ ਜੰਗਾਂ ਯੁੱਧਾਂ ਤੋਂ ਬਾਅਦ ਥੋੜਾ ਜਿਹਾ ਸ਼ਾਂਤੀ ਵਾਲਾ ਸੀ। ਸੋ ਇਸ ਸਮੇਂ ਨੂੰ ਯੂਟਿਲਾਈਜ਼ ਕਰਨ ਲਈ ਗੁਰੂ ਪਾਤਸ਼ਾਹ ਨੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਜੋੜ ਕੇ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦਾ ਨਿਸ਼ਚੈ ਕੀਤਾ। ਇਸ ਪਵਿੱਤਰ ਗ੍ਰੰਥ ਲਈ ਮੈਂ ਸ੍ਰੀ ਆਦਿ ਗ੍ਰੰਥ ਸਾਹਿਬ ਸ਼ਬਦ ਦੀ ਵਰਤੋਂ ਇਸ ਲਈ ਕੀਤੀ ਹੈ ਕਿਉਂਕਿ ਗੁਰੂ ਗੱਦੀ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸੀ ਤੇ ਇਸ ਪਵਿੱਤਰ ਗ੍ਰੰਥ ਲਈ ਹਜੇ ਸ੍ਰੀ ਆਦਿ ਗ੍ਰੰਥ ਸਾਹਿਬ ਸ਼ਬਦ ਦੀ ਵਰਤੋਂ ਹੀ ਕੀਤੀ ਜਾਂਦੀ ਸੀ। ਇਸ ਮਹਾਨ ਕਾਰਜ ਲਈ ਕੌਮ ਦੇ ਦੋ ਸਭ ਤੋਂ ਚੋਟੀ ਦੇ ਵਿਦਵਾਨਾਂ ਦੀ ਡਿਊਟੀ ਲਾਈ ਗਈ। ਪਹਿਲੇ ਸਨ ਭਾਈ ਮਨੀ ਸਿੰਘ ਜੀ ਜੋ ਹੁਣ ਦਿੱਲੀ ਤੋਂ ਵਾਪਸ ਆ ਚੁੱਕੇ ਸਨ। ਦੱਸਣਯੋਗ ਗੱਲ ਹੈ ਕਿ ਸਰਸਾ ਦੇ ਵਿਛੋੜੇ ਸਮੇਂ ਭਾਈ ਮਨੀ ਸਿੰਘ ਜੀ ਗੁਰੂ ਘਰ ਦੇ ਮਹਿਲਾਂ ਨਾਲ ਦਿੱਲੀ ਵੱਲ ਚਲੇ ਗਏ ਸਨ। ਤੇ ਦੂਜੇ ਸਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਸਪੈਸ਼ਲੀ ਇਸ ਕੰਮ ਲਈ ਸੱਦਾ ਭੇਜ ਕੇ ਉਹਨਾਂ ਦੇ ਪਿੰਡ ਤੋਂ ਬੁਲਾਇਆ ਗਿਆ ਸੀ। ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਮੁੱਖ ਭੀੜ ਉਸ ਸਮੇਂ ਧੀਰ ਮੱਲੀਆਂ ਕੋਲ ਸੀ ਤੇ ਜਦੋਂ ਉਹਨਾਂ ਖੋਟੀ ਨੀਤੀਆਂ ਨੇ ਇਸ ਨੂੰ ਦੇਣ ਤੋਂ ਮਨਾ ਕਰ ਦਿੱਤਾ ਤਾਂ ਇਸ ਮਹਾਨ ਕਾਰਜ ਨੂੰ ਸੰਪੂਰਨ ਕਰਨ ਵਿੱਚ ਇੱਕ ਵੱਡੀ ਅੜਚਨ ਖੜੀ ਹੋ ਗਈ। ਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਮੁਖ ਨਾਲ ਪੂਰੇ ਆਦਿ ਗ੍ਰੰਥ ਸਾਹਿਬ ਦਾ ਉਚਾਰਨ ਕੀਤਾ ਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਨੇ ਇਸ ਨੂੰ ਲਿਖਤ ਰੂਪ ਵਿੱਚ ਉਤਾਰਿਆ। ਇਸ ਤਰ੍ਹਾਂ ਸਾਡੇ 11ਵੇਂ ਗੁਰੂ ਨੂੰ ਅੰਤਿਮ ਰੂਪ ਦੇਣ ਦਾ ਮਹਾਨ ਕਾਰਜ ਸੰਪੂਰਨ ਹੋ ਪਾਇਆ। ਇੱਥੇ ਦੋ ਗੱਲਾਂ ਥੋੜੀਆਂ ਜਿਹੀਆਂ ਕਲੀਅਰ ਕਰਨ ਵਾਲੀਆਂ ਹਨ। ਇੱਕ ਤਾਂ ਕਿਹਾ ਜਾਂਦਾ ਹੈ ਕਿ ਲਿਖਣ ਦੀ ਡਿਊਟੀ ਭਾਈ ਮਨੀ ਸਿੰਘ ਜੀ ਦੀ ਲਾਈ ਗਈ ਸੀ, ਸਿਆਹੀ ਤੇ ਕਲਮ ਦਾ ਇੰਤਜ਼ਾਮ ਕਰਨਾ ਇਹ ਜ਼ਿੰਮਾ ਬਾਬਾ ਦੀਪ ਸਿੰਘ ਜੀ ਕੋਲ ਸੀ। ਪਰ ਸਿਰਫ ਸਿਆਹੀ ਤੇ ਕਲਮ ਦਾ ਇੰਤਜ਼ਾਮ ਕਰਨ ਲਈ ਕੌਮ ਦੇ ਸਭ ਤੋਂ ਵੱਡੇ ਵਿਦਵਾਨ ਨੂੰ ਇੰਨੀ ਦੂਰੋਂ ਸੱਦਣ ਦੀ ਕੀ ਲੋੜ ਸੀ? ਇਹ ਸੇਵਾ ਤਾਂ ਉੱਥੇ ਮੌਜੂਦ ਕੋਈ ਵੀ ਸਿੰਘ ਕਰ ਸਕਦਾ ਸੀ। ਅਕਸਰ ਬਾਬਾ ਦੀਪ ਸਿੰਘ ਜੀ ਨੂੰ ਸੱਦਾ ਭੇਜਣ ਤੇ ਉਹਨਾਂ ਨੂੰ ਆਉਣ ਤੇ ਕੋਈ 10 ਕੁ ਦਿਨ ਦਾ ਸਮਾਂ ਤਾਂ ਲੱਗਿਆ ਹੀ ਹੋਊਗਾ ਤੇ ਉਹਨਾਂ ਜੰਗਾਂ ਯੁੱਧਾਂ ਦੇ ਮਾਹੌਲ ਵਿੱਚ 10 ਦਿਨਾਂ ਦੀ ਬੜੀ ਵੱਡੀ ਕੀਮਤ ਸੀ। ਇਹ ਉਡੀਕ ਕਰਦੇ ਰਹਿਣਾ ਕਿ ਬਾਬਾ ਦੀਪ ਸਿੰਘ ਜੀ ਆ ਕੇ ਸਿਆਹੀ ਤੇ ਕਲਮ ਦੀ ਸੇਵਾ ਸੰਭਾਲਣਗੇ ਤੇ ਫਿਰ ਕੰਮ ਸ਼ੁਰੂ ਕੀਤਾ ਜਾਊਗਾ, ਇਹ ਸੁਣਨ ਵਿੱਚ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਹੈ। ਕੁਝ ਵਿਦਵਾਨਾਂ ਦੇ ਹਿਸਾਬ ਨਾਲ ਕੌਮ ਦੇ ਇਹਨਾਂ ਦੋਵਾਂ ਚੋਟੀ ਦੇ ਵਿਦਵਾਨਾਂ ਦੀ ਡਿਊਟੀ ਲਿਖਤ ਕਾਰਜ ਨੂੰ ਸੰਪੂਰਨ ਕਰਨ ਦੀ ਹੀ ਲਾਈ ਹੋਊਗੀ, ਜੋ ਜ਼ਿਆਦਾ ਰੀਅਲਿਸਟਿਕ ਲੱਗਦਾ ਹੈ। ਤੇ ਦੂਸਰਾ, ਕਈ ਲੋਕਾਂ ਦੇ ਮਨ ਵਿੱਚ ਇਸ ਗੱਲ ਨੂੰ ਲੈ ਕੇ ਵੀ ਸ਼ੰਕਾ ਹੋ ਸਕਦੀ ਹੈ ਕਿ 3 ਦਿਨਾਂ ਤੱਕ ਪੜ੍ਹੇ ਜਾਣ ਤੇ ਸੰਪੂਰਨ ਹੋਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਿਵੇਂ ਹੋ ਸਕਦਾ ਹੈ। ਪਰ ਹਜੇ ਕੱਲ ਦੀ ਹੀ ਗੱਲ ਹੈ ਜਦੋਂ ਮਸ਼ਹੂਰ ਲਿਖਾਰੀ ਤੇ ਇਤਿਹਾਸਕਾਰ ਸਰਦਾਰ ਕਾਹਨ ਸਿੰਘ ਨਾਭਾ ਦੇ ਪਿਤਾ ਜੀ ਭਾਈ ਨਰੈਣ ਸਿੰਘ ਜੀ ਇਸ ਦੁਨੀਆ ਤੇ ਮੌਜੂਦ ਸਨ। ਉਹਨਾਂ ਨੂੰ ਇੱਕ ਓਂਕਾਰ ਤੋਂ ਲੈ ਕੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜ਼ੁਬਾਨੀ ਯਾਦ ਸੀ। ਤੇ ਜੇ ਇੱਕ ਆਮ ਸੁਰਤੀ ਵਾਲਾ ਮਨੁੱਖ ਇੰਨੀ ਸਮਰੱਥਾ ਰੱਖਦਾ ਹੈ ਤਾਂ ਫਿਰ ਇਸ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਇਹ ਕਿੰਨੀ ਕੁ ਵੱਡੀ ਗੱਲ ਸੀ। ਸ਼੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਸੇਵਾ ਸੰਪੂਰਨ ਕਰਨ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਚਾਲੇ ਪਾਉਣ ਲੱਗੇ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਦਮਦਮਾ ਸਾਹਿਬ ਰਹਿ ਕੇ ਹੀ ਸਿੱਖੀ ਦਾ ਪ੍ਰਚਾਰ ਕਰਨ ਦਾ ਹੁਕਮ ਦਿੱਤਾ। ਇਸ ਹੁਕਮ ਨੂੰ ਬਾਬਾ ਜੀ ਨੇ ਇੰਨੀ ਦ੍ਰਿੜਤਾ ਨਾਲ ਨਿਭਾਇਆ ਕਿ ਇਸ ਤੋਂ ਬਾਅਦ ਉਹ ਕਦੀ ਆਪਣੇ ਘਰ ਹੀ ਨਹੀਂ ਗਏ ਤੇ ਦਹਾਕਿਆਂ ਤੱਕ ਉੱਥੇ ਰਹਿ ਕੇ ਨਵੀਂ ਪੀੜ੍ਹੀ ਨੂੰ ਗੁਰਬਾਣੀ ਸੰਥਿਆ ਗੁਰਮੁਖੀ ਸਿਖਾਉਣ ਦੇ ਨਾਲ ਸ਼ਸਤਰ ਵਿਦਿਆ ਸਿਖਲਾਈ ਦੀ ਸੇਵਾ ਕਰਦੇ ਰਹੇ। ਇਸ ਦੇ ਨਾਲ ਹੀ 11 ਸਾਲ ਤੱਕ ਲਗਾਤਾਰ 14 ਘੰਟੇ ਲਿਖ ਕੇ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਤਿਆਰ ਕੀਤੇ ਜੋ ਇੱਕ ਇੱਕ ਕਰਕੇ ਚਾਰੇ ਤਖਤਾਂ ਵਿੱਚ ਭੇਜੇ ਗਏ। ਪਹਿਲਾ ਸਰੂਪ ਜੋ ਸ੍ਰੀ ਅਕਾਲ ਤਖਤ ਸਾਹਿਬ ਭੇਜਿਆ ਗਿਆ ਉਹ 2 ਸੇਰ ਸੋਨੇ ਤੋਂ ਸਿਆਹੀ ਤਿਆਰ ਕਰਕੇ ਸੁਨਹਿਰੇ ਅੱਖਰਾਂ 'ਚ ਲਿਖਿਆ ਹੋਇਆ ਸੀ। ਇਸ ਤੋਂ ਇਲਾਵਾ ਬਾਬਾ ਜੀ ਨੇ ਇੱਕ ਸਰੂਪ ਫਾਰਸੀ ਭਾਸ਼ਾ ਵਿੱਚ ਵੀ ਤਿਆਰ ਕੀਤਾ ਸੀ, ਪਰ ਅਫਸੋਸ ਦੀ ਗੱਲ ਹੈ ਕਿ ਉਹ ਸਰੂਪ ਸਾਡੇ ਕੋਲ ਅੱਜ ਨਹੀਂ ਹੈ। ਇਸ ਤੋਂ ਇਲਾਵਾ ਬਾਬਾ ਜੀ ਨੇ ਅਨੇਕਾਂ ਖਜ਼ਾਨਾ ਪੋਥੀਆਂ ਵੀ ਤਿਆਰ ਕੀਤੀਆਂ। ਖਜ਼ਾਨਾ ਪੋਥੀਆਂ ਅੱਜ ਦੇ ਗੁਟਕਾ ਸਾਹਿਬ ਦਾ ਪੁਰਾਣਾ ਵਰਜਨ ਸੀ, ਜਿਨ੍ਹਾਂ ਨੂੰ ਜੰਗਲਾਂ ਪਹਾੜਾਂ ਤੇ ਮਾਰੂਥਲਾਂ ਵਿੱਚ ਭਟਕਣ ਵਾਲੇ ਸਿੰਘ ਕਮਰ ਕੱਸੇ 'ਚ ਹਮੇਸ਼ਾ ਆਪਣੇ ਨਾਲ ਰੱਖਦੇ ਸਨ। ਜਿਵੇਂ ਕਿ ਗੁਰੂ ਸਾਹਿਬਾਨ ਨੇ ਦਮਦਮਾ ਸਾਹਿਬ ਰਹਿਣ ਦਾ ਹੀ ਹੁਕਮ ਦਿੱਤਾ ਸੀ, ਬਾਬਾ ਦੀਪ ਸਿੰਘ ਜੀ ਬਸ ਗਿਣਵੀਂ ਚੁਣਵੀਂ ਵਾਰ ਹੀ ਦਮਦਮਾ ਸਾਹਿਬ ਨੂੰ ਛੱਡ ਕੇ ਗਏ। ਕੁਝ ਕੁ ਇਤਿਹਾਸਿਕ ਸਰੋਤਾਂ 'ਚ ਜ਼ਿਕਰ ਮਿਲਦਾ ਹੈ ਕਿ ਪਹਿਲੀ ਵਾਰ ਉਹ ਦਮਦਮਾ ਸਾਹਿਬ ਨੂੰ ਉਸ ਟਾਈਮ ਛੱਡ ਕੇ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲੇ ਜ਼ਾਲਮਾਂ ਤੋਂ ਬਦਲਾ ਲੈਣ ਲਈ
ਸਰਹੰਦ ਤੇ ਹਮਲਾ ਕਰਨ ਜਾ ਰਹੇ ਹਨ। ਬਾਬਾ ਜੀ ਦੇ ਮਨ ਵਿੱਚ ਤਾਂ ਲੰਬੇ ਸਮੇਂ ਤੋਂ ਹੀ ਇਸ ਗੱਲ ਦਾ ਮਲਾਲ ਸੀ ਕਿ ਗੁਰੂ ਸਾਹਿਬਾਨ ਦਾ ਪੂਰਾ ਪਰਿਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਤੇ ਸਰਹੰਦ ਤੱਕ ਇੰਨੀਆਂ ਮੁਸ਼ਕਲਾਂ ਸਹਿੰਦੇ ਹੋਏ ਸ਼ਹੀਦੀਆਂ ਪਾਉਂਦਾ ਰਿਹਾ ਤੇ ਉਹ ਸੁੱਖ ਸ਼ਾਂਤੀ ਨਾਲ ਆਪਣੇ ਘਰੇ ਬੈਠੇ ਰਹੇ। ਇਸ ਜੰਗ ਵਿੱਚ ਬਾਬਾ ਦੀਪ ਸਿੰਘ ਜੀ ਨੇ ਇੱਕ ਅਹਿਮ ਰੋਲ ਅਦਾ ਕੀਤਾ ਸੀ ਤੇ ਇਸ ਜੰਗ ਵਿੱਚ ਉਹਨਾਂ ਦਾ ਇੱਕ ਦੰਦ ਵੀ ਟੁੱਟਿਆ ਸੀ। ਇਸ ਗੱਲ ਦਾ ਜ਼ਿਕਰ ਵੀ ਸਾਨੂੰ ਇਤਿਹਾਸਿਕ ਸਰੋਤਾਂ ਵਿੱਚ ਮਿਲਦਾ ਹੈ। ਤੇ ਆਓ ਹੁਣ ਗੱਲ ਕਰਦੇ ਹਾਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੀ ਅੰਤਿਮ ਜੰਗ ਦੀ, ਉਹਨਾਂ ਦੀ ਸ਼ਹਾਦਤ ਦੀ। ਕਿਸ ਤਰ੍ਹਾਂ ਬਾਬਾ ਜੀ ਸੀਸ ਤਲੀ ਤੇ ਟਿਕਾ ਕੇ ਦੁਸ਼ਮਣਾਂ ਨਾਲ ਲੜਦੇ ਰਹੇ, ਇਹ ਤਾਂ ਆਪਾਂ ਸਭ ਨੇ ਸੁਣਿਆ ਹੈ। ਪਰ ਸ਼ੁਰੂ ਤੋਂ ਅੰਤ ਤੱਕ ਉਸ ਦਿਨ ਦੀ ਜੰਗ ਦਾ ਪੂਰਾ ਇਤਿਹਾਸ ਜੋ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੈ, ਸ਼ਾਇਦ ਤੁਸੀਂ ਅੱਜ ਪਹਿਲੀ ਵਾਰ ਸੁਣੋਗੇ। ਆਓ ਇਹ ਸਭ ਜਾਣਨ ਲਈ ਆਪਾਂ ਆਪਣੀ ਸੁਰਤ ਨੂੰ 1753 ਦੇ ਪੰਜਾਬ ਲੈ ਚੱਲੀਏ। ਮੀਰ ਮੰਨੂ ਦੀ ਮੌਤ ਤੋਂ ਬਾਅਦ ਸਿੱਖ ਤੇਜ਼ੀ ਨਾਲ ਇੱਕ ਤਾਕਤਵਰ ਧਿਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ। ਮੀਰ ਮੰਨੂ ਉਹੀ ਸੀ ਜਿਨੇ ਸਿੰਘਾਂ ਦੇ ਜਨਤਕ ਕਤਲੇਆਮ ਦਾ ਹੁਕਮ ਜਾਰੀ ਕੀਤਾ ਸੀ ਕਿ ਜਿੱਥੇ ਕਿਤੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਦਿਸਦਾ ਹੈ, ਤੁਰੰਤ ਉਸ ਦਾ ਸਿਰ ਕਲਮ ਕਰ ਦਿਓ। ਜਿਨੇ ਛੋਟੇ-ਛੋਟੇ ਬੱਚਿਆਂ ਦੇ ਟੋਟੇ ਕਰਵਾ ਕੇ ਉਹਨਾਂ ਦੇ ਹਾਰ ਬਣਾ ਕੇ ਮਾਵਾਂ ਦੇ ਗਲਾਂ ਵਿੱਚ ਪਵਾਏ ਸਨ। ਤੇ ਇਹ ਪਾਪੀ ਮਰਿਆ ਕਿਵੇਂ? ਇੱਕ ਜੰਗ ਦੇ ਦੌਰਾਨ ਸਿੰਘ ਜੰਗਲ ਵਿੱਚ ਲੁਕੇ ਹੋਏ ਸਨ ਤੇ ਇਹ ਜ਼ਾਲਮ ਆਪਣੀ ਫੌਜ ਦੇ ਨਾਲ ਉਹਨਾਂ ਨੂੰ ਲੱਭ ਰਿਹਾ ਸੀ ਕਿ ਅਚਾਨਕ ਸਿੰਘਾਂ ਨੇ ਇੱਕ ਜ਼ੋਰਦਾਰ ਜਕਾਰਾ ਲਾ ਦਿੱਤਾ। ਕੁਝ ਸਰੋਤਾਂ ਵਿੱਚ ਮਿਲਦਾ ਹੈ ਕਿ ਬੰਦੂਕ ਨਾਲ ਫਾਇਰ ਕੀਤਾ। ਜ਼ੋਰਦਾਰ ਆਵਾਜ਼ ਨਾਲ ਮੀਰ ਮੰਨੂ ਦਾ ਘੋੜਾ ਇੰਨਾ ਜ਼ਿਆਦਾ ਡਰ ਗਿਆ ਕਿ ਉਸਨੇ ਅਚਾਨਕ ਭੱਜਣਾ ਸ਼ੁਰੂ ਕਰ ਦਿੱਤਾ। ਅਚਾਨਕ ਭੱਜਣ ਨਾਲ ਮੀਰ ਮੰਨੂ ਸੰਭਲ ਨਹੀਂ ਪਾਇਆ ਤੇ ਉਸ ਦਾ ਪੈਰ ਘੋੜੇ ਦੇ ਰਕਾਬ ਵਿੱਚ ਅੜ ਗਿਆ। ਮੀਰ ਮੰਨੂ ਨੂੰ ਘਸੀੜਦਾ ਹੋਇਆ ਘੋੜਾ ਜਿਉਂ ਭੱਜਿਆ ਕਾਫੀ ਚਿਰ ਤੱਕ ਉਸਨੇ ਰੁਕ ਕੇ ਸਾਹ ਨਹੀਂ ਲਿਆ ਤੇ ਜਦੋਂ ਤੱਕ ਰੁਕਿਆ ਉਦੋਂ ਤੱਕ ਪੱਥਰਾਂ ਤੇ ਵੱਜ ਕੇ ਮੀਰ ਮੰਨੂ ਦਾ ਸਿਰ ਪਾਟ ਗਿਆ ਸੀ ਤੇ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਸੀ। ਉਹ ਅਬਦਾਲੀ ਦਾ ਭਾਰਤ ਤੇ ਹਮਲਿਆਂ ਦਾ ਦੌਰ ਸੀ। ਅਬਦਾਲੀ ਭਾਰਤ 'ਚੋਂ ਗੱਡਿਆਂ ਦੇ ਗੱਡੇ ਸੋਨਾ ਚਾਂਦੀ ਹੀਰੇ ਤੇ ਔਰਤਾਂ ਨੂੰ ਚੁੱਕ ਕੇ ਲਿਆਉਂਦਾ, ਪਰ ਹਰ ਵਾਰ ਸਿੱਖ ਉਸ ਨੂੰ ਘੇਰ ਲੈਂਦੇ, ਉਸ ਨੂੰ ਹੌਲਾ ਕਰਕੇ ਧੀਆਂ ਭੈਣਾਂ ਨੂੰ ਛੁਡਾ ਕੇ ਵਾਪਸ ਭੇਜਦੇ। ਆਪਣੇ ਚੌਥੇ ਹੱਲੇ ਦੌਰਾਨ ਸਿੱਖਾਂ ਤੋਂ ਤੰਗ ਆ ਚੁੱਕੇ ਅਬਦਾਲੀ ਨੇ ਲਾਹੌਰ ਦੇ ਹਾਕਮ ਨੂੰ ਪੁੱਛਿਆ ਕਿ ਇਹ ਕੌਣ ਹਨ ਕਿ ਮੈਂ ਇੱਕ ਵਾਰੀ ਮਰਾਠਿਆਂ ਦਾ ਲੱਕ ਤੋੜਿਆ ਸੀ, ਉਹ ਦੁਬਾਰਾ ਅੱਜ ਤੱਕ ਉੱਠ ਨਹੀਂ ਸਕੇ। ਇਹ ਲੋਕ ਭਲਾ ਕੌਣ ਹਨ ਜਿਨ੍ਹਾਂ ਨੇ ਮੇਰੀ ਨੱਕ 'ਚ ਦਮ ਕੀਤਾ ਹੋਇਆ ਹੈ? ਅੱਗੋਂ ਜਵਾਬ ਮਿਲਿਆ ਕਿ ਇਹ ਸਿੱਖ ਹਨ। ਅਸੀਂ ਵੱਢਦੇ ਥੱਕ ਗਏ ਪਰ ਇਹ ਖਤਮ ਨਹੀਂ ਹੁੰਦੇ। ਇਹਨਾਂ ਦੇ ਰਹਿਬਰ ਨੇ ਇਹਨਾਂ ਨੂੰ ਆਬੇ ਹਯਾਤ, ਇੱਕ ਇਹੋ ਜਿਹਾ ਸਰੋਵਰ ਦਿੱਤਾ ਹੈ ਕਿ ਅੱਧਾ ਵੱਡਿਆ ਸਿੱਖ ਵੀ ਜੇ ਉਹਦੇ ਵਿੱਚ ਜਾ ਕੇ ਚੁੱਭੀ ਲਾ ਲਵੇ ਤਾਂ ਉਹ ਨਵਾਂ ਨਰੋਇਆ ਹੋ ਉੱਠਦਾ ਹੈ। ਅਬਦਾਲੀ ਨੇ ਕਾਬੁਲ ਵੱਲ ਮੁੜਦਿਆਂ ਆਪਣੇ ਪੁੱਤਰ ਤੈਮੂਰ ਨੂੰ ਲਾਹੌਰ ਦਾ ਤੇ ਜਹਾਨ ਖਾਨ ਨੂੰ ਅੰਮ੍ਰਿਤਸਰ ਦਾ ਸੂਬੇਦਾਰ ਥਾਪ ਕੇ ਕਿਹਾ ਕਿ ਤੁਹਾਨੂੰ ਖੁੱਲੀ ਛੁੱਟੀ ਹੈ, ਜੋ ਮਰਜ਼ੀ ਕਰੋ, ਬਸ ਮੈਨੂੰ ਇਸ ਦੁਨੀਆ ਤੋਂ ਇਹ ਸਿੱਖ ਖਤਮ ਚਾਹੀਦੇ ਹਨ ਤੇ ਸਭ ਤੋਂ ਪਹਿਲਾਂ ਜਾਓ ਤੇ ਉਸ ਸਰੋਵਰ ਦਾ ਕੁਝ ਕਰੋ। ਇਸ ਹੁਕਮ ਦੀ ਤਾਮੀਲ ਕਰਦਿਆਂ ਇੱਕ ਵਾਰ ਫੇਰ ਸਿੱਖਾਂ ਦੇ ਤਸ਼ੱਦਦ ਸ਼ੁਰੂ ਹੋ ਗਈ। ਜ਼ਾਲਮਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਕੇ ਪਵਿੱਤਰ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਤੇ ਸਰੋਵਰ ਨੂੰ ਮਿੱਟੀ ਦੇ ਗੰਦ ਨਾਲ ਪੂਰ ਦਿੱਤਾ। ਉਸ ਸਮੇਂ ਤੱਕ ਬਾਬਾ ਦੀਪ ਸਿੰਘ ਜੀ ਦੀ ਉਮਰ 75 ਸਾਲ ਦੀ ਹੋ ਚੁੱਕੀ ਸੀ ਤੇ ਜਦੋਂ ਇਹ ਖਬਰ ਇਸ ਬਜ਼ੁਰਗ ਸੂਰਮੇ ਤੱਕ ਪਹੁੰਚੀ ਤਾਂ ਗੁੱਸੇ ਨਾਲ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ, ਡੋਲੇ ਫੜਕਣ ਲੱਗ ਪਏ। ਤੇ ਫੜਕਦੇ ਵੀ ਕਿਉਂ ਨਾ, ਉਹਨਾਂ ਨੇ ਸਾਡੇ ਪੰਥ ਦੀ ਧੁਰੀ, ਸਾਡੇ ਕੇਂਦਰ ਨੂੰ ਬੇਅਦਬ ਕੀਤਾ ਸੀ, ਜਿਹਦੀ ਇੱਕ ਇੱਟ ਸਾਡੇ ਗੁਰੂ ਸਾਹਿਬਾਨਾਂ ਨੇ ਆਪ ਖਲੋ ਕੇ ਇੰਨੀ ਰੀਝ ਨਾਲ ਲਵਾਈ ਸੀ। ਤੁਰੰਤ ਬਾਬਾ ਜੀ ਦਮਦਮਾ ਸਾਹਿਬ ਤੋਂ ਰਵਾਨਾ ਹੋ ਗਏ। ਇਸ ਸਮੇਂ ਉਹਨਾਂ ਦੇ ਨਾਲ ਸਿਰਫ ਗਿਣਤੀ ਦੇ 8 ਸਿੰਘ ਹੀ ਸਨ। ਪਿੰਡ ਢਿੰਡੋਰਾ ਫੇਰ ਦਿੱਤਾ ਗਿਆ ਕਿ ਜਿਹੜੇ ਸਿੰਘ ਸ਼੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣਾ ਚਾਹੁੰਦੇ ਹਨ, ਜਿਨ੍ਹਾਂ ਦੇ ਮਨ ਵਿੱਚ ਸੱਚਮੁੱਚ ਗੁਰੂ ਘਰ ਪ੍ਰਤੀ ਦਰਦ ਹੈ, ਉਹ ਆਪਣੇ ਪਰਿਵਾਰ ਦਾ ਮੋਹ ਛੱਡਣ ਤੇ ਸ਼ਸਤਰ ਚੁੱਕ ਕੇ ਸਾਡੇ ਨਾਲ ਆ ਕੇ ਖਲੋਣ। ਸਿੰਘ ਜੁੜਦੇ ਗਏ ਤੇ ਜਦੋਂ ਤੱਕ ਬਾਬਾ ਜੀ ਤਰਨਤਾਰਨ ਸਾਹਿਬ ਪਹੁੰਚੇ ਤਾਂ ਨਾਲ ਦੇ ਸਿੰਘਾਂ ਦੀ ਗਿਣਤੀ 4000 ਤੋਂ ਟੱਪ ਚੁੱਕੀ ਸੀ। ਇਹ ਉਹ ਦੌਰ ਸੀ ਜਦੋਂ ਸੱਚਮੁੱਚ ਸਿੱਖਾਂ ਦੇ ਮਨ ਵਿੱਚ ਗੁਰੂ ਘਰ ਪ੍ਰਤੀ ਦਰਦ ਸੀ। ਅੱਜ ਤਰ੍ਹਾਂ ਨਹੀਂ ਕਿ ਕਿਸੇ ਦੇਹਧਾਰੀ ਦੀ ਮੌਤ ਤੇ ਤਾਂ ਲੱਖਾਂ ਦਾ ਇਕੱਠ ਹੋ ਜਾਂਦਾ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪੀੜ ਸਿੱਖ ਦੇ ਦਿਲ ਤੱਕ ਹੀ ਨਹੀਂ ਪਹੁੰਚਦੀ। ਤਰਨਤਾਰਨ ਨੇੜੇ ਇਸ ਜੱਥੇ ਨੇ ਰਾਤ ਦਾ ਪੜਾਅ ਕੀਤਾ ਤੇ ਸਵੇਰੇ ਤੁਰਨ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਜਾ ਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਇੱਕ ਲਕੀਰ ਖਿੱਚ ਦਿੱਤੀ ਤੇ ਗੱਜ ਕੇ ਆਖਿਆ ਕਿ ਤੁਹਾਡੇ ਕੋਲ ਹਜੇ ਵੀ ਮੌਕਾ ਹੈ। ਜਿਹਨੂੰ ਗੁਰੂ ਘਰ ਨਾਲੋਂ ਪਰਿਵਾਰ ਦਾ ਮੋਹ ਵੱਧ ਹੈ ਉਹ ਪਿੱਛੇ ਹਟ ਸਕਦਾ ਹੈ ਤੇ ਜਿਹੜਾ ਸੂਰਮਾ ਗੁਰੂ ਘਰ ਲਈ ਸ਼ਹਾਦਤ ਦੇ ਸਕਦਾ ਹੈ ਉਹ ਲਕੀਰ ਲੰਘ ਕੇ ਆਵੇ ਤੇ ਸਾਡੇ ਨਾਲ ਆ ਕੇ ਖਲੋਵੇ। ਜਿਹੜੇ ਦਰਦੀ ਸਿੰਘ ਘਰੋਂ ਹੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਮਨ ਵਿੱਚ ਧਾਰ ਕੇ ਆਏ ਸਨ, ਉਹ ਭਲਾ ਇੱਥੇ ਆ ਕੇ ਪਿੱਛੇ ਕਿਵੇਂ ਹਟ ਜਾਂਦੇ? ਸਾਰੇ ਦੇ ਸਾਰੇ 4000 ਸਿੰਘਾਂ ਨੇ ਲਕੀਰ ਪਾਰ ਕਰ ਲਈ। ਇਸ ਥਾਂ ਤੇ ਅੱਜ ਗੁਰਦੁਆਰਾ ਲਕੀਰ ਸਾਹਿਬ ਸੁਸ਼ੋਭਿਤ ਹੈ। ਉਧਰ ਜਦੋਂ ਜਹਾਨ ਖਾਨ ਨੂੰ ਸਿੰਘਾਂ ਦੀ ਚੜ੍ਹਾਈ ਕਰਕੇ ਆਉਣ ਦਾ ਪਤਾ ਲੱਗਿਆ ਤਾਂ ਉਸਨੇ 4000 ਦੇ ਮੁਕਾਬਲੇ 20000 ਦੀ ਫੌਜ ਤਿਆਰ ਕਰ ਲਈ। ਇਸ ਤੋਂ ਇਲਾਵਾ ਉਸਨੇ ਲਾਹੌਰ ਤੈਮੂਰ ਖਾਨ ਨੂੰ ਵੀ ਫੌਜਾਂ ਭੇਜ ਕੇ ਸਾਥ ਦੇਣ ਲਈ ਸੰਦੇਸ਼ਾ ਭੇਜਿਆ। ਇੱਕ ਪਾਸੇ ਗੁਰੂ ਕੇ 4000 ਸਿੰਘ ਸਨ, ਜਿਨ੍ਹਾਂ ਚੋਂ ਜ਼ਿਆਦਾਤਰ ਖੇਤਾਂ 'ਚ ਕੰਮ ਕਰਨ ਵਾਲੇ ਕਿਰਤੀ ਸਿੰਘ ਸਨ, ਜਿਨ੍ਹਾਂ ਕੋਲ ਹਥਿਆਰ ਵੀ ਕੋਈ ਬਾਹਲੇ ਚੰਗੇ ਨਹੀਂ ਸਨ।
ਤੇ ਦੂਜੇ ਪਾਸੇ ਜ਼ਾਲਮਾਂ ਦੀ 20,000 ਦੀ ਵੱਡੀ ਫੌਜ ਸੀ, ਜਿਨ੍ਹਾਂ ਕੋਲ ਹਰ ਤਰ੍ਹਾਂ ਦੇ ਚੰਗੇ ਹਥਿਆਰ ਤੇ ਜੰਗੀ ਸਾਜੋ ਸਮਾਨ ਮੌਜੂਦ ਸੀ ਤੇ ਉਹਨਾਂ ਦੀ ਅਗਵਾਈ ਕਰ ਰਿਹਾ ਸੀ ਹਾਥੀ ਤੇ ਸਵਾਰ ਜਹਾਨ ਖਾਨ। ਲਾਹੌਰ ਤੋਂ ਤੈਮੂਰ ਖਾਨ ਹਜੇ ਆਪਣੀ ਫੌਜ ਲੈ ਕੇ ਪਹੁੰਚੇ ਹੀ ਨਹੀਂ ਸੀ ਕਿ ਗੋਲਵਾੜ ਪਿੰਡ ਦੇ ਲਾਗੇ ਦੋਹਾਂ ਫੌਜਾਂ ਦੀ ਆਪਸ ਵਿੱਚ ਟੱਕਰ ਹੋ ਗਈ। ਜੰਗੀ ਮੈਦਾਨ ਭਖ ਉੱਠਿਆ ਤੇ ਚਾਰੇ ਪਾਸੇ ਵੱਡੇ ਪੱਧਰ ਤੇ ਕੱਟ-ਵੱਢ ਸ਼ੁਰੂ ਹੋ ਗਈ। ਦੁੱਧ ਵਰਗੇ ਚਿੱਟੇ ਦਾੜੇ ਵਾਲੇ 75 ਸਾਲ ਦੇ ਬਾਬਾ ਦੀਪ ਸਿੰਘ ਜੀ ਚਿੱਟੇ ਘੋੜੇ ਤੇ ਸਵਾਰ ਹੋ ਕੇ ਇੱਕ ਹੱਥ ਵਿੱਚ 2 ਧਾਰੀ ਖੰਡਾ ਤੇ ਦੂਸਰੇ ਹੱਥ ਵਿੱਚ ਬੁਰਜ ਫੜ ਕੇ ਦੁਸ਼ਮਣ ਤੇ ਕਹਿਰ ਬਣ ਕੇ ਟੁੱਟ ਪਏ। ਇੰਨੀ ਗੱਲ ਤਾਂ ਆਪਾਂ ਅਕਸਰ ਸੁਣੀ ਹੈ ਕਿ ਬਾਬਾ ਜੀ ਨੇ ਹੱਥ ਵਿੱਚ 18 ਸ਼ੇਰ ਦਾ 2 ਧਾਰੀ ਖੰਡਾ ਫੜਿਆ ਹੋਇਆ ਸੀ, ਪਰ ਅਸਲ 'ਚ ਉਹਨਾਂ ਨਾਲ ਹੀ ਦੂਸਰੇ ਹੱਥ ਵਿੱਚ ਲਗਭਗ ਉਨਾ ਹੀ ਭਾਰ ਦਾ ਬੁਰਜ ਵੀ ਫੜਿਆ ਹੋਇਆ ਸੀ। ਅਫਗਾਨਾਂ ਦੇ ਇੱਕ ਚੋਟੀ ਦੇ ਜਰਨੈਲ ਮੁਹੰਮਦ ਕਰੀਮ ਬਖਸ਼ ਨੂੰ ਸਿਰ ਵਿੱਚ ਬੁਰਜ ਮਾਰ ਕੇ ਹੀ ਬਾਬਾ ਜੀ ਨੇ ਗੱਡੀ ਚੜਾਇਆ ਸੀ। ਉਸੇ ਸਮੇਂ ਇੱਕ ਬੜੀ ਹੀ ਹੈਰਾਨੀਜਨਕ ਘਟਨਾ ਵਾਪਰੀ ਜਿਸ ਨੇ ਪੂਰੇ ਜੰਗੇ ਮੈਦਾਨ ਦਾ ਨਕਸ਼ਾ ਪਲਟ ਕੇ ਰੱਖ ਦਿੱਤਾ। ਇੱਕ ਗੁਰੂ ਕਾ ਪਿਆਰਾ ਬਹਾਦਰ ਸਿੰਘ, ਜਿਹਦਾ ਨਾਮ ਇਤਿਹਾਸ ਵਿੱਚ ਭਾਈ ਲక్ష్మణ ਸਿੰਘ ਕਰਕੇ ਆਉਂਦਾ ਹੈ, ਆਪਣੇ ਘੋੜੇ ਤੇ ਸਵਾਰ ਕਾਫੀ ਸਮੇਂ ਤੋਂ ਕੁਝ ਉਡੀਕ ਰਿਹਾ ਸੀ। ਕੀ ਉਡੀਕ ਰਿਹਾ ਸੀ ਕਿ ਜਮਾਲ ਖਾਨ ਦਾ ਹਾਥੀ ਸਾਹਮਣੇ ਵੇਖ ਰਹੇ 5 ਫੁੱਟ ਦੇ ਟਿੱਬੇ ਦੇ ਨੇੜੇ ਆ ਜਾਵੇ। ਲਗਭਗ 1.5 ਘੰਟੇ ਦੀ ਉਡੀਕ ਤੋਂ ਬਾਅਦ ਜਦੋਂ ਹਾਥੀ ਟਿੱਬੇ ਦੇ ਨੇੜੇ ਆਇਆ ਤਾਂ ਲక్ష్మణ ਸਿੰਘ ਨੇ ਤੂਫਾਨੀ ਅੰਦਾਜ਼ ਵਿੱਚ ਘੋੜਾ ਭਜਾ ਕੇ ਟਿੱਬੇ ਦੇ ਉੱਤੋਂ ਛਾਲ ਮਰਾ ਦਿੱਤੀ। ਘੋੜਾ ਜਦੋਂ ਛਾਲ ਮਾਰ ਕੇ ਹਾਥੀ ਦੇ ਕੋਲੋਂ ਲੰਘਿਆ ਤਾਂ ਇਸ ਗੁਰੂ ਕੇ ਲਾਲ ਨੇ ਆਪਣੀ ਤੇਗ ਚਲਾਈ ਤੇ ਜਹਾਨ ਖਾਨ ਦਾ ਸਿਰ ਧੌਣ ਨਾਲੋਂ ਜੁਦਾ ਹੋ ਕੇ ਜ਼ਮੀਨ ਤੇ ਜਾ ਡਿੱਗਿਆ। ਉਹਨਾਂ ਸਮਿਆਂ ਵਿੱਚ ਜੰਗਾਂ ਜਰਨੈਲਾਂ ਦੇ ਸਿਰ ਤੇ ਹੀ ਲੜੀਆਂ ਜਾਂਦੀਆਂ ਸਨ ਤੇ ਜਿਉਂ ਹੀ ਜਰਨੈਲ ਦਾ ਸਿਰ ਜਾ ਕੇ ਜ਼ਮੀਨ ਤੇ ਡਿੱਗਾ, ਦੁਸ਼ਮਣ ਧਿਰ ਵਿੱਚ ਭਗਦੜ ਮਚ ਗਈ। ਉਹ ਸਾਰੇ ਦੇ ਸਾਰੇ ਪੁੱਠੇ ਪੈਰ ਲਾਹੌਰ ਵੱਲ ਭੱਜਣ ਲੱਗ ਪਏ। ਸਿੰਘਾਂ ਨੇ ਮੈਦਾਨ ਫਤਿਹ ਕਰ ਲਿਆ। ਜਕਾਰਿਆਂ ਦੀ ਗੂੰਜ ਨਾਲ ਅਸਮਾਨ ਹਿੱਲ ਗਿਆ ਤੇ ਉਹਨਾਂ ਨੇ ਤੇਜ਼ੀ ਨਾਲ ਹਰਮੰਦਰ ਸਾਹਿਬ ਵੱਲ ਵਧਣਾ ਜਾਰੀ ਰੱਖਿਆ। ਉਧਰੋਂ ਜਿਹੜੇ ਸਿਪਾਹੀ ਹਾਰ ਕੇ ਲਾਹੌਰ ਵੱਲ ਵਾਪਸ ਜਾ ਰਹੇ ਸਨ, ਰਸਤੇ ਵਿੱਚ ਉਹਨਾਂ ਨੂੰ ਤੈਮੂਰ ਦੀ ਅਗਵਾਈ ਵਿੱਚ ਲਾਹੌਰ ਤੋਂ ਆਉਂਦੀ ਫੌਜ ਮਿਲ ਗਈ। ਸਖਤੀ ਦਿਖਾਉਂਦੇ ਹੋਏ ਤੈਮੂਰ ਨੇ ਉਹਨਾਂ ਨੂੰ ਆਪਣੀ ਫੌਜ ਵਿੱਚ ਰਲਾ ਲਿਆ ਤੇ ਦੁਬਾਰਾ ਜੰਗੇ ਮੈਦਾਨ ਵੱਲ ਵਧਣਾ ਸ਼ੁਰੂ ਕਰ ਦਿੱਤਾ। ਤੇ ਹੁਣ ਇੱਕ ਵਾਰ ਫਿਰ ਦੋਵੇਂ ਧਿਰਾਂ ਰਣਤੱਤੇ ਵਿੱਚ ਭਿੜ ਚੁੱਕੀਆਂ ਸਨ। ਇਸ ਵਾਰ ਦੁਸ਼ਮਣ ਫੌਜ ਦੀ ਗਿਣਤੀ ਲਗਭਗ ਦੁੱਗਣੀ ਹੋ ਚੁੱਕੀ ਸੀ। ਸਿੰਘਾਂ ਲਈ ਇੰਨੀ ਵੱਡੀ ਫੌਜ ਨਾਲ ਨਿਪਟਣਾ ਬਹੁਤ ਔਖਾ ਹੋ ਰਿਹਾ ਸੀ, ਪਰ ਬਾਬਾ ਦੀਪ ਸਿੰਘ ਜੀ ਹਜੇ ਵੀ ਦੁਸ਼ਮਣਾਂ ਦੇ ਆਉ ਲਾਉਂਦੇ ਹੋਏ ਅੱਗੇ ਵਧ ਰਹੇ ਸਨ ਕਿ ਅਚਾਨਕ ਇੱਕ ਵਾਰ ਆ ਕੇ ਸਿੱਧਾ ਉਹਨਾਂ ਦੇ ਘੋੜੇ ਦੀ ਧੌਣ ਤੇ ਵੱਜਾ। ਘੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਕੁਝ ਦੇਰ ਤੜਪਣ ਤੋਂ ਬਾਅਦ ਅਗਲੀ ਦੁਨੀਆ ਦਾ ਵਾਸੀ ਹੋ ਗਿਆ। ਹੁਣ ਬਾਬਾ ਜੀ ਪੈਦਲ ਹੀ ਦੁਸ਼ਮਣਾਂ ਦੇ ਆਉ ਲਾਉਂਦੇ ਹੋਏ ਜੰਗੇ ਮੈਦਾਨ ਵਿੱਚ ਅੱਗੇ ਵਧ ਰਹੇ ਸਨ ਕਿ ਅਚਾਨਕ ਇੱਕ ਅਫਗਾਨੀ ਸੂਰਮੇ ਦੀ ਨਜ਼ਰ ਉਹਨਾਂ ਤੇ ਪਈ। ਉਸਨੇ ਸੋਚਿਆ ਕਿ ਜਿਸ ਤਰ੍ਹਾਂ ਬਾਬਾ ਜੀ ਉਹਨਾਂ ਦੇ ਫੌਜੀਆਂ ਨੂੰ ਗਾਜਰ ਮੂਲੀ ਵਾਂਗ ਵੱਢਦੇ ਹੋਏ ਅੱਗੇ ਵਧ ਰਹੇ ਹਨ, ਕਿਤੇ ਸਾਡੀ ਫੌਜ ਨੂੰ ਮਹਿੰਗਾ ਹੀ ਨਾ ਪੈ ਜਾਵੇ। ਉਸ ਬਹਾਦਰ ਜਰਨੈਲ ਨੇ ਗੂੰਜ ਦੀ ਆਵਾਜ਼ ਵਿੱਚ ਬਾਬਾ ਜੀ ਨੂੰ ਵੰਗਾਰਿਆ ਤੇ ਇਕੱਲੇ ਨਾਲ ਇਕੱਲਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ। ਹੁਣ ਦੋਵੇਂ ਬਹਾਦਰ ਸੂਰਮੇ ਰਣਤੱਤੇ ਵਿੱਚ ਇੱਕ ਦੂਸਰੇ ਨਾਲ ਖੰਡਾ ਖੜਕਾ ਰਹੇ ਸਨ। ਇੱਕ ਪਾਸੇ ਸੀ 75 ਸਾਲ ਦੇ ਬਜ਼ੁਰਗ ਬਾਬਾ ਦੀਪ ਸਿੰਘ ਜੀ ਤੇ ਦੂਸਰੇ ਪਾਸੇ ਸੀ 35 ਸਾਲ ਦਾ ਜਵਾਨ ਯੋਧਾ ਅਯਾਨ ਖਾਨ। ਕਾਫੀ ਚਿਰ ਤੱਕ ਦੋਹਾਂ ਵਿੱਚ ਜ਼ਬਰਦਸਤ ਲੜਾਈ ਚੱਲਦੀ ਰਹੀ, ਪਰ ਕੋਈ ਸਿੱਟਾ ਨਾ ਨਿਕਲਿਆ। ਅੰਤ ਇੱਕ ਇਹੋ ਜਿਹਾ ਪਲ ਆਇਆ ਜਦੋਂ ਦੋਵਾਂ ਸੂਰਮਿਆਂ ਨੇ ਬਿਲਕੁਲ ਇੱਕੋ ਸਮੇਂ ਤੇ ਇੱਕ ਦੂਸਰੇ ਤੇ ਵਾਰ ਕੀਤਾ। ਇਸ ਸਾਂਝੇ ਵਾਰ ਵਿੱਚ ਦੋਹਾਂ ਜਰਨੈਲਾਂ ਦਾ ਸਿਰ ਸਰੀਰ ਤੋਂ ਅੱਡ ਹੋ ਕੇ ਜ਼ਮੀਨ ਤੇ ਜਾ ਡਿੱਗਿਆ। ਬਾਬਾ ਜੀ ਦਾ ਸੀਸ ਜ਼ਮੀਨ ਤੇ ਡਿੱਗਿਆ ਵੇਖ ਇੱਕ ਸਿੰਘ ਨੇ ਭਾਵੁਕ ਹੋ ਕੇ ਬਚਨ ਕੀਤਾ ਕਿ ਬਾਬਾ ਜੀ, ਤੁਸੀਂ ਤਾਂ ਅਰਦਾਸ ਵਿੱਚ ਬਚਨ ਕਰਕੇ ਤੁਰੇ ਸੋ ਕਿ ਤੁਸੀਂ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾ ਕੇ ਉੱਥੇ ਪਰਤੋਗੇ, ਪਰ ਤੁਸੀਂ ਤਾਂ ਸ਼ਹੀਦ ਹੋ ਚੁੱਕੇ ਹੋ। ਇਹ ਬਚਨ ਅਧੂਰਾ ਹੀ ਰਹਿ ਜਾਊਗਾ। ਇਹ ਸੁਣ ਕੇ ਬਾਬਾ ਜੀ ਦਾ ਸਰੀਰ ਇੱਕ ਵਾਰ ਫੇਰ ਹਰਕਤ ਵਿੱਚ ਆ ਗਿਆ। ਉਹਨਾਂ ਉੱਠ ਕੇ ਆਪਣਾ ਸਰੀਰ ਖੱਬੀ ਤਲੀ ਤੇ ਧਰ ਲਿਆ ਤੇ ਸੱਜੇ ਹੱਥ ਵਿੱਚ ਫੜੇ ਖੰਡੇ ਨਾਲ ਦੁਸ਼ਮਣਾਂ ਦੇ ਆਉ ਲਾਉਂਦੇ ਹੋਏ ਇੱਕ ਵਾਰ ਫੇਰ ਅੱਗੇ ਵਧਣ ਲੱਗ ਪਏ। ਜਦੋਂ ਅਫਗਾਨ ਫੌਜੀਆਂ ਨੇ ਇਹ ਵੇਖਿਆ ਕਿ ਜਿਉਂਦੇ ਤੱਕ ਹੀ ਇਹ ਸਿੱਖ ਤਾਂ ਮਰਨ ਤੋਂ ਬਾਅਦ ਵੀ ਲੜੀ ਜਾ ਰਹੇ ਹਨ, ਉਹ ਲੱਤੇ ਹੋਏ ਸੀਸ ਵਾਲੇ ਸਰੀਰ ਨੂੰ ਤੁਰਦਾ ਵੇਖ ਕੇ ਇੰਨੇ ਘਬਰਾ ਗਏ ਕਿ ਆਪਣੇ ਹਥਿਆਰ ਸੁੱਟ ਕੇ ਭੱਜ ਖਲੋਤੇ। ਬਾਬਾ ਜੀ ਦਾ ਸੀਸ ਤੇ ਸਰੀਰ ਦੋਹਾਂ ਚੋਂ ਲਹੂ ਦੀਆਂ ਧਾਰਾਂ ਵਗ ਰਹੀਆਂ ਸਨ। ਸਰੀਰ ਪੂਰਾ ਲਹੂ ਨਾਲ ਭਿੱਜ ਚੁੱਕਿਆ ਸੀ, ਪਰ ਦਰਬਾਰ ਸਾਹਿਬ ਪਹੁੰਚਣ ਤੱਕ ਉਹਨਾਂ ਨੇ ਤੁਰਨਾ ਜਾਰੀ ਰੱਖਿਆ ਤੇ ਆਖਿਰਕਾਰ ਪਰਿਕਰਮਾ 'ਚ ਪਹੁੰਚ ਕੇ ਆਪਣਾ ਸੀਸ ਗੁਰੂ ਨੂੰ ਭੇਟ ਕਰਕੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਦਾ ਆਪਣਾ ਵਚਨ ਪੂਰਾ ਕਰਨ ਤੋਂ ਬਾਅਦ ਹੀ ਬਾਬਾ ਜੀ ਸ਼ਹੀਦ ਹੋਏ। ਕੁਝ ਲੋਕ ਇਸ ਗੱਲ ਤੇ ਤਰਕ ਕਰਦੇ ਹਨ ਕਿ ਬਾਬਾ ਜੀ ਦਾ ਸੀਸ ਧੌਣ ਤੇ ਫੱਟ ਵੱਜਣ ਨਾਲ ਇੱਕ ਪਾਸੇ ਉਲਰ ਗਿਆ ਸੀ, ਨਾ ਕਿ ਬਿਲਕੁਲ ਹੀ ਅੱਡ ਹੋ ਗਿਆ ਸੀ, ਤੇ ਉਹਨਾਂ ਨੇ ਵਾਪਸ ਆਪਣੇ ਹੱਥ ਨਾਲ ਸੀਸ ਨੂੰ ਜਗ੍ਹਾ ਤੇ ਟਿਕਾ ਲਿਆ ਸੀ। ਕਮਾਲ ਦੀ ਗੱਲ ਹੈ ਨਾ ਕਿ ਦੂਜੇ ਧਰਮਾਂ ਵਾਲੇ ਜਦੋਂ ਆਪਣੇ ਇਤਿਹਾਸ ਤੇ ਵੀ ਸੀਰੀਅਲ ਬਣਾ ਕੇ ਟੀਵੀ ਤੇ ਦਿਖਾਉਂਦੇ ਹਨ ਤਾਂ ਆਪਾਂ ਬੜੇ ਚਾਅ ਨਾਲ ਵੇਖਦੇ ਹਾਂ ਤੇ ਆਪਣੇ ਇਤਿਹਾਸ ਤੇ ਵੀ ਆਪਾਂ ਤਰਕ ਕਰਨ ਤੋਂ ਬਾਜ਼ ਨਹੀਂ ਆਉਂਦੇ। ਮੈਂ ਕਹਿੰਦਾ ਜੇ ਇੱਕ ਪਲ ਲਈ ਮੰਨ ਵੀ ਲਈਏ ਕਿ ਸੀਸ ਅੱਡ ਨਹੀਂ ਹੋਇਆ ਸੀ, ਇੱਕ ਪਾਸੇ ਨੂੰ ਉਲਰ ਗਿਆ ਸੀ ਤੇ ਬਾਬਾ ਜੀ ਨੇ ਹੱਥ ਨਾਲ ਉਸ ਨੂੰ ਵਾਪਸ ਟਿਕਾ ਲਿਆ, ਤਾਂ ਵੀ ਕੀ ਇਹ ਤੁਹਾਨੂੰ ਕੋਈ ਮਾਮੂਲੀ ਗੱਲ ਲੱਗਦੀ ਹੈ? ਪਰ ਕਰਮਾਂ 'ਚ ਜਿੱਥੇ ਬਾਬਾ ਜੀ ਨੇ ਆਪਣਾ ਸੀਸ ਰੱਖਿਆ ਸੀ ਤੇ ਜਿੱਥੇ ਉਹਨਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਹੋਇਆ,
ਇਹ ਦੋਵੇਂ ਥਾਵਾਂ ਤਾਂ ਲਗਭਗ ਹਰੇਕ ਸਿੱਖ ਨੇ ਵੇਖੀਆਂ ਹੀ ਹੋਣਗੀਆਂ। ਵੀਡੀਓ ਪਸੰਦ ਆਇਆ ਹੋਵੇ ਤਾਂ ਇਸ ਨੂੰ ਲਾਈਕ ਕਰਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡੀ ਨਵੀਂ ਪੀੜ੍ਹੀ ਤੱਕ ਇਹ ਮਾਣਯੋਗ ਇਤਿਹਾਸ ਪਹੁੰਚ ਸਕੇ। ਇੰਸਟਾਗ੍ਰਾਮ ਪੇਜ ਨੂੰ ਵੀ ਫੋਲੋ ਕਰ ਲਿਓ ਕਿਉਂਕਿ ਤੁਹਾਨੂੰ ਉੱਥੇ ਹਰ ਰੋਜ਼ ਕੋਈ ਨਾ ਕੋਈ ਨਵੀਂ ਜਾਣਕਾਰੀ ਮਿਲਦੀ ਹੈ। ਆਪਣੇ ਨਾਲ ਦੂਸਰਿਆਂ ਤੋਂ ਵੀ ਚੈਨਲ ਸਬਸਕ੍ਰਾਈਬ ਕਰਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।